AM ਪੰਜਾਬੀ ਕਹਾਣੀਆਂ 'ਚ ਤੁਹਾਡਾ ਸਾਰਿਆਂ ਦਾ ਸਵਾਗਤ। ਉਸ ਦਾ ਪੂਰਾ ਪਰਿਵਾਰ ਇਸ ਤਰ੍ਹਾਂ ਦਾ ਹੈ ਅਤੇ ਉਹ ਵੱਡੇ ਪਰਦੇ ਦੀ ਪਤਨੀ ਬਣਦੀ ਰਹਿੰਦੀ ਹੈ। ਉਹ ਰਾਤ ਨੂੰ ਅਜਿਹੇ ਕੰਮ ਕਰਦੀ ਹੈ। ਇਹ ਆਵਾਜ਼ ਮੇਰੀ ਸੱਸ ਦੀ ਸੀ। ਜਦੋਂ ਮੈਂ ਉੱਚੀ ਆਵਾਜ਼ ਸੁਣੀ ਤਾਂ ਮੈਨੂੰ ਸਮਝ ਨਹੀਂ ਆਇਆ ਕਿ ਮੇਰੀ ਸੱਸ ਇਹ ਕਿਵੇਂ ਕਹਿ ਰਹੀ ਹੈ। ਮੈਂ ਤੇਜ਼ੀ ਨਾਲ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ। ਇਹ ਸਮਾਂ ਰਾਤ ਦੇ 12 ਵਜੇ ਦਾ ਸੀ। ਮੈਨੂੰ ਮੇਰੀ ਸੱਸ ਤੇ ਬਹੁਤ ਗੁੱਸਾ ਆ ਰਿਹਾ ਸੀ ਅਤੇ ਹਰ ਸਮੇਂ ਬਿਨਾਂ ਕਿਸੇ ਕਾਰਨ ਦੇ ਬੋਲਦੀ ਰਹਿੰਦੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਇਸ ਸਮੇਂ ਮੇਰੀ ਭਾਬੀ ਪਾਲ ਨਾਲ ਗੱਲ ਕਰ ਰਹੀ ਹੋਵੇ। ਉਸ ਦੀ ਭਾਬੀ ਨਾਲ ਰੋਜ਼ਾਨਾ ਲੜਾਈ ਰਹਿੰਦੀ ਸੀ। ਅਕਸਰ ਭਾਬੀ ਕੰਮ ਤੇ ਨਾ ਹੁੰਦੀ, ਮੇਰੀ ਸੱਸ ਗੁੱਸੇ ਹੋ ਜਾਂਦੀ। ਮੌਜੂਦਾ ਸਮੇਂ ਵਿੱਚ ਉਹ ਹਮੇਸ਼ਾ ਕਹਿੰਦੀ ਸੀ ਕਿ ਇੱਕ ਦਿਨ ਮੈਂ ਤੁਹਾਡੀ ਸੱਚਾਈ ਸਾਰੀ ਦੁਨੀਆ ਨੂੰ ਦੱਸਾਂਗੀ। ਮੈਨੂੰ ਨਹੀਂ ਪਤਾ ਕਿ ਕੀ ਸੱਚ ਹੈ ਅਤੇ ਕੀ ਝੂਠ ਹੈ। ਮੈਂ ਬਾਹਰ ਆਈ ਤਾਂ ਭਾਬੀ ਦੇ ਕਮਰੇ ਵਿੱਚੋਂ ਆਵਾਜ਼ ਆਈ। ਇਹ ਸੁਣ ਕੇ ਮੈਨੂੰ ਬੜਾ ਅਜੀਬ ਲੱਗਾ। ਮੇਰੀ ਸੱਸ ਦਾ ਰੌਲਾ ਵੱਧਦਾ ਜਾ ਰਿਹਾ ਸੀ। ਇਸ ਦੇ ਨਾਲ ਹੀ ਪਾਲ ਭਾਬੀ ਦੀਆਂ ਚੀਕਾਂ ਵੀ ਵੱਧ ਰਹੀਆਂ ਸਨ। ਹੁਣ ਇੰਜ ਲੱਗ ਰਿਹਾ ਸੀ ਕਿ ਮਾਮਲਾ ਸੱਚਮੁੱਚ ਹੀ ਬਹੁਤ ਗੰਭੀਰ ਸੀ। ਬਾਹਰ ਨਿਕਲਦੇ ਹੀ ਦੇਖਿਆ ਕਿ ਭਾਬੀ ਦੇ ਕਮਰੇ ਚੋਂ ਚੀਕਾਂ ਦੀ ਆਵਾਜ਼ ਆ ਰਹੀ। ਪਾਲ ਭਾਬੀ ਜ਼ਿਆਦਾਤਰ ਕਮਰਾ ਬੰਦ ਕਰਕੇ ਸੌਂਦੀ ਸੀ। ਪਤਾ ਨਹੀਂ ਕਿਵੇਂ ਅੱਜ ਕਮਰਾ ਖੁੱਲਾ ਛੱਡ ਦਿੱਤਾ। ਸੱਸ ਅੰਦਰ ਚਲੀ ਗਈ ਸੀ। ਇਹੀ ਸੋਚ ਕੇ ਮੈਂ ਵੀ ਪਾਲ ਭਾਬੀ ਦੇ ਕਮਰੇ ਵਿੱਚ ਚਲੀ ਗਈ। ਕਮਰੇ ਦਾ ਦਰਵਾਜ਼ਾ ਅਜੇ ਵੀ ਖੁੱਲਾ ਸੀ। ਮੇਰੀ ਸੱਸ ਨੇ ਪਾਲ ਭਾਬੀ ਨੂੰ ਬਾਲਾਂ ਤੋਂ ਫੜਿਆ ਹੋਇਆ ਸੀ। ਉਹ ਉਸ ਨੂੰ ਬਾਹਰ ਖਿੱਚ ਰਹੀ ਸੀ। ਉਹਨਾਂ ਨੂੰ ਬਾਹਰ ਲੈ ਆਈ ਅਤੇ ਜ਼ਮੀਨ ਤੇ ਧੱਕਾ ਦੇ ਦਿੱਤਾ ਅਤੇ ਫਿਰ ਕਮਰੇ ਨੂੰ ਤਾਲਾ ਲਗਾ ਦਿੱਤਾ। ਉਸ ਨੇ ਕਿਹਾ ਕਿ ਅੰਦਰ ਤੁਹਾਡਾ ਪ੍ਰੇਮੀ ਬੈਠਾ ਹੈ। ਮੈਂ ਪੂਰੀ ਦੁਨੀਆ ਨੂੰ ਦੱਸਾਂਗੀ। ਮੈਨੂੰ ਸਮਝ ਨਹੀਂ ਆ ਰਹੀ ਸੀ ਅਤੇ ਨਾ ਹੀ ਮੈਨੂੰ ਯਕੀਨ ਸੀ ਕਿ ਪਾਲ ਭਾਬੀ ਬਾਰੇ ਅਜਿਹਾ ਕੁਝ ਹੋ ਸਕਦਾ ਹੈ। ਪਾਲ ਭਾਬੀ ਦਾ ਪਤੀ 2 ਸਾਲਾਂ ਤੋਂ ਕਤਰ ਵਿੱਚ ਕੰਮ ਕਰ ਰਿਹਾ ਸੀ। ਅਜਿਹੇ 'ਚ ਪਾਲ ਭਾਬੀ ਦੀ ਇਹ ਹਰਕਤ ਬਹੁਤ ਮਾੜੀ ਅਤੇ ਅਜੀਬ ਸੀ, ਕਿਉਂਕਿ ਜਦੋਂ ਪਤੀ ਆਪਣੀ ਪਤਨੀ ਲਈ ਪੈਸੇ ਕਮਾਉਣ ਵਿਦੇਸ਼ ਜਾਂਦਾ ਹੈ ਤਾਂ ਉਸ ਨੂੰ ਉਸ ਦੀ ਵਫਾਦਾਰੀ ਤੇ ਵੀ ਗੌਰ ਕਰਨਾ ਚਾਹੀਦਾ ਹੈ। ਪਤੀ ਦੇ ਭਰੋਸੇ ਨੂੰ ਨਹੀਂ ਤੋੜਨਾ ਚਾਹੀਦਾ। ਇਹ ਸੋਚ ਕੇ ਮੈਨੂੰ ਵੀ ਪਾਲ ਭਾਬੀ ਤੋਂ ਨਫ਼ਰਤ ਹੋਣ ਲੱਗੀ। ਉਸ ਨੇ ਆਪਣੇ ਪਤੀ ਨਾਲ ਧੋਖਾ ਕੀਤਾ ਸੀ। ਮੈਂ ਇਸ ਤਰ੍ਹਾਂ ਦੀਆਂ ਔਰਤਾਂ ਨਾਲ ਨਹੀਂ ਰਹਿ ਸਕਦੀ ਸੀ। ਇਸ ਸਮੇਂ ਪਾਲ ਭਾਬੀ ਮੁਜਰਮ ਵਾਂਗ ਜ਼ਮੀਨ ਵੱਲ ਝਾਕ ਰਹੀ ਸੀ। ਉਸ ਦੀਆਂ ਅੱਖਾਂ ਵਿੱਚੋਂ ਮੋਟੇ ਹੰਝੂ ਨਿਕਲ ਰਹੇ ਸਨ। ਮੇਰੀ ਸੱਸ ਨੇ ਹਵਾ ਵਿੱਚ ਹੱਥ ਲਹਿਰਾ ਕੇ ਲਲਕਾਰਿਆ, ਕਿਆ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਇਹ ਮਗਰਮੱਛ ਦੇ ਹੰਝੂ ਹਨ। ਸੋਨੀ, ਜਾ ਕੇ ਘਰ ਦਾ ਦਰਵਾਜ਼ਾ ਖੋਲੋ। ਲੋਕ ਬਾਹਰ ਖੜੇ ਹਨ ਅਤੇ ਇਹ ਤਮਾਸ਼ਾ ਦੇਖਣਾ ਚਾਹੁੰਦੇ ਹਨ। ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਅੱਜ ਸਾਡੇ ਘਰ ਕੀ ਹੋ ਰਿਹਾ ਹੈ। ਜਿਵੇਂ ਹੀ ਸੱਸ ਦੇ ਮੂੰਹੋਂ ਇਹ ਸ਼ਬਦ ਨਿਕਲੇ, ਪਾਲ ਭਾਬੀ ਨੇ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਕਿਹਾ, ਰੱਬ ਦਾ ਵਾਸਤਾ ਮੰਮੀ ਅਜਿਹਾ ਨਾ ਕਰੋ। ਮੇਰੇ ਪਿਤਾ ਜੀ ਨੇ ਆਪਣੀ ਸਾਰੀ ਉਮਰ ਇਸੇ ਲਈ ਲੰਘਾ ਦਿੱਤੀ ਹੈ। ਮੇਰੇ ਪਿਤਾ ਜੀ ਆਪਣੇ ਰਿਸ਼ਤੇਦਾਰਾਂ ਵਿੱਚ ਵੀ ਬਹੁਤ ਸਤਿਕਾਰੇ ਜਾਂਦੇ ਹਨ। ਆਂਢ ਗੁਆਂਢ ਦੇ ਲੋਕ ਮੈਨੂੰ ਸਿਰਫ ਇੱਕ ਸਾਊ ਔਰਤ ਵਜੋਂ ਹੀ ਜਾਣਦੇ ਹਨ। ਤੁਸੀਂ ਮੈਨੂੰ ਬਦਨਾਮ ਨਾ ਕਰੋ, ਨਹੀਂ ਤਾਂ ਲੋਕ ਕਦੇ ਵੀ ਮੇਰੀ ਇੱਜ਼ਤ ਨਹੀਂ ਕਰਨਗੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਮੇਰੇ ਕੋਲ ਪੜ੍ਹਨ ਲਈ ਭੇਜਣਗੇ। ਮੈਨੂੰ ਕਿਸੇ ਦੀ ਲੋੜ ਨਹੀਂ। ਅਸੀਂ ਭੁੱਖੇ ਨਹੀਂ ਮਰਦੇ। ਵੈਸੇ ਵੀ ਮੇਰਾ ਬੇਟਾ ਕਤਰ ਵਿੱਚ ਹੈ। ਉਹ ਚੰਗੀ ਕਮਾਈ ਕਰਦਾ ਹੈ ਅਤੇ ਤੁਸੀਂ ਬੱਚਿਆਂ ਨੂੰ ਜੋ ਪੜ੍ਹਾਓਗੇ ਉਹ ਅੱਜ ਸਭ ਨੂੰ ਦਿਖਾਈ ਦੇਵੇਗਾ ਅਤੇ ਹਰ ਕੋਈ ਤੁਹਾਡੀ ਅਸਲੀਅਤ ਜਾਣ ਜਾਵੇਗਾ। ਮੰਮੀ,
ਮੇਰੇ ਤੇ ਭਰੋਸਾ ਕਰੋ, ਅਜਿਹਾ ਕੁਝ ਨਹੀਂ ਹੈ। ਪਾਲ ਭਾਬੀ ਨੇ ਤਰਲੇ ਮਾਰਦੇ ਹੋਏ ਕਿਹਾ। ਉਸਨੇ ਮੈਨੂੰ ਇੱਕ ਵਾਰ ਫਿਰ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ। ਮੈਨੂੰ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਮਜਬੂਰ ਕੀਤਾ ਗਿਆ ਸੀ। ਮੁਹੱਲੇ ਦੀ ਭੀੜ ਸਾਡੇ ਘਰ ਵੜ ਗਈ। ਮੇਰੀ ਸੱਸ ਉਹਨਾਂ ਨੂੰ ਫੜ ਕੇ ਪਾਲ ਭਾਬੀ ਦੇ ਕਮਰੇ ਦੇ ਸਾਹਮਣੇ ਲੈ ਆਈ। ਦੇਖੋ, ਕੋਈ ਬੰਦਾ ਸਾਡੇ ਘਰ ਵੜਿਆ ਹੈ। ਕੋਈ ਮੇਰੀ ਨੂੰਹ ਨੂੰ ਮਿਲਣ ਆਇਆ ਸੀ। ਉਹ ਕਮਰੇ ਦੇ ਅੰਦਰ ਘੁਸਰ ਮੁਸਰ ਕਰ ਰਿਹਾ ਹੈ। ਮੈਂ ਉਸ ਨੂੰ ਫੜ ਲਿਆ ਹੈ। ਤੁਸੀਂ ਲੋਕ ਉਸ ਨੂੰ ਫੜ ਕੇ ਪੁੱਛ ਗਿੱਛ ਕਰੋ। ਇਹ ਸਭ ਫਿਰ ਤੋਂ ਕਰਨ ਦੀ ਹਿੰਮਤ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਅਜਿਹਾ ਹੋਇਆ ਹੈ ਤਾਂ ਉਹ ਵੀ ਪਾਲ ਭਾਬੀ ਨੂੰ ਬੁਰੀਆਂ ਨਜ਼ਰਾਂ ਨਾਲ ਦੇਖਣ ਲੱਗੇ। ਜ਼ਾਹਿਰ ਹੈ ਕਿ ਔਰਤ ਪੜ੍ਹੀ ਲਿਖੀ ਹੈ, ਕੁਰਾਨ ਪੜ੍ਹੀ ਹੈ, ਇਲਾਕੇ ਵਿੱਚ ਉਸ ਦੀ ਇੱਜ਼ਤ ਹੈ। ਜਦੋਂ ਤੁਹਾਨੂੰ ਇੱਕ ਦਿਨ ਉਸ ਬਾਰੇ ਪਤਾ ਲੱਗਿਆ, ਤੁਸੀਂ ਕੀ ਸੋਚੋਗੇ? ਜੇਕਰ ਕੋਈ ਆਦਮੀ ਰਾਤ ਦੇ ਆਖਰੀ ਸਮੇਂ ਵਿੱਚ ਉਸ ਨੂੰ ਮਿਲਣ ਆਇਆ ਹੁੰਦਾ। ਇੰਨਾ ਹੀ ਨਹੀਂ, ਉਹ ਜੋ ਵੀ ਲੋਕਾਂ ਨੂੰ ਦਿਖਾਉਂਦੇ ਸਨ ਉਹ ਸਿਰਫ ਦਿਖਾਵਾ ਹੀ ਹੁੰਦਾ ਹੈ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਪਾਲ ਭਾਬੀ ਨੂੰ ਅਜਿਹਾ ਕਰਨ ਦੀ ਲੋੜ ਕਿਉਂ ਪਈ। ਕੀ ਪਾਲ ਭਾਬੀ ਇੰਨੀ ਸਿਆਣੀ ਨਹੀਂ ਸੀ ਕਿ ਉਹ ਬਿਆਰੁਤਾ ਹੋਣ ਦੇ ਬਾਵਜੂਦ ਕਿਸੇ ਨੂੰ ਆਪਣੇ ਘਰ ਬੁਲਾਉਂਦੀ ਅਤੇ ਹਰ ਗੱਲ ਨੂੰ ਸਮਝਦੀ ਸੀ। ਪਰ ਹੁਣ ਜੋ ਕੁਝ ਹੋਇਆ ਸੀ ਉਹ ਬੀਤ ਚੁੱਕਾ ਸੀ। ਪਾਲ ਭਾਬੀ ਤੇ ਤਰਸ ਵੀ ਆ ਰਿਹਾ ਸੀ। ਪਾਲ ਭਾਬੀ ਦਾ ਪਤੀ ਕਤਲ ਵਿੱਚ ਸੀ ਅਤੇ ਜ਼ਾਹਿਰ ਹੈ ਕਿ ਉਹਨਾਂ ਲਈ ਇੱਥੇ ਰਹਿਣਾ ਮੁਸ਼ਕਿਲ ਸੀ। ਪਰ ਇਹ ਗੱਲ ਬੜੀ ਅਜੀਬ ਸੀ। ਜੋ ਕੁਝ ਹੋਇਆ ਸੀ ਉਸ ਕਾਰਨ ਮੈਨੂੰ ਪਾਲ ਭਾਬੀ ਤੇ ਬਹੁਤ ਗੁੱਸਾ ਸੀ। ਉਹਨਾਂ ਨੇ ਸਾਡਾ ਘਰ ਬਰਬਾਦ ਕਰ ਦਿੱਤਾ ਸੀ। ਇੱਜ਼ਤ ਦੀ ਨਿਲਾਮੀ ਹੋਈ। ਦੋਵਾਂ ਦੇ ਮਿਲ ਕੇ ਪਾਲ ਭਾਬੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦਰਵਾਜ਼ਾ ਅੰਦਰੋਂ ਬੰਦ ਸੀ। ਜ਼ਾਹਿਰ ਹੈ ਕਿ ਅੰਦਰ ਮੌਜੂਦਾ ਲੜਕੇ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਵੇਗਾ। ਸਾਰਿਆਂ ਨੇ ਦਰਵਾਜ਼ਾ ਤੋੜਨ ਬਾਰੇ ਸੋਚਿਆ, ਪਰ ਮੇਰੀ ਸੱਸ ਨੇ ਐਲਾਨ ਕਰ ਦਿੱਤਾ ਕਿ ਪਾਲ ਦਾ ਆਸ਼ਿਕ ਪਿਛਲੀ ਖਿੜਕੀ ਰਾਹੀਂ ਫਰਾਰ ਹੋ ਗਿਆ ਹੈ। ਫਿਰ ਇਸ ਲਈ ਅਜਿਹਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਮੇਰੀ ਸੱਸ ਨੇ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਲੋਕ ਥੋੜਾ ਪਹਿਲਾਂ ਆ ਜਾਂਦੇ ਤਾਂ ਤੁਸੀਂ ਉਸ ਦੇ ਪ੍ਰੇਮੀ ਨੂੰ ਫੜ ਲਿਆ ਹੁੰਦਾ ਜੋ ਮੇਰੀ ਨੂੰਹ ਨੂੰ ਮਿਲਣ ਆਇਆ ਸੀ। ਉਹ ਵੀ ਪਿਛਲੀ ਗਲੀ ਤੋਂ ਬਾਹਰ ਆ ਕੇ ਫਰਾਰ ਹੋ ਗਿਆ ਹੈ। ਇਸ ਗੱਲ ਨੇ ਪਾਲ ਭਾਬੀ ਦੀ ਇੱਜ਼ਤ ਖਰਾਬ ਕਰ ਦਿੱਤੀ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਸ ਨੇ ਆਪਣੇ ਬਚਾਅ ਵਿੱਚ ਇੱਕ ਵੀ ਸ਼ਬਦ ਨਹੀਂ ਕਿਹਾ। ਹਰ ਕੋਈ ਮੇਰੇ ਵੱਲ ਅਜੀਬ ਨਜ਼ਰ ਨਾਲ ਦੇਖ ਰਿਹਾ ਸੀ। ਇਲਾਕੇ ਦੇ ਲੋਕ ਚੁੱਪਚਾਪ ਚਲੇ ਗਏ ਸਨ। ਮੇਰੀ ਸੱਸ ਨੇ ਪਾਲ ਭਾਬੀ ਨੂੰ ਫਿਰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਦੱਸੋ ਕਿਉਂ ਤੁਸੀਂ ਮੇਰੇ ਬੇਟੇ ਨਾਲ ਅਜਿਹਾ ਕੀਤਾ? ਮੈਂ ਸਵੇਰੇ ਉਸ ਨੂੰ ਫੋਨ ਕਰਾਂਗੀ ਅਤੇ ਉਸ ਨੂੰ ਸਭ ਕੁਝ ਦੱਸਾਂਗੀ। ਮੇਰੇ ਪੁੱਤਰ ਨੂੰ ਵੀ ਇਹ ਪਤਾ ਹੋਵੇ ਜਿਸ ਲਈ ਉਹ ਵਿਦੇਸ਼ ਵਿੱਚ ਮਿਹਨਤ ਕਰ ਰਿਹਾ ਹੈ। ਉਹ ਉਸ ਦੀ ਪਿੱਠ ਪਿੱਛੇ ਕੀ ਕਰ ਰਹੀ ਹੈ। ਉਸ ਨੂੰ ਇਹ ਵੀ ਦੱਸ ਦਿਓ ਕਿ ਤੁਸੀਂ ਕਿਸ ਤਰ੍ਹਾਂ ਦੀ ਔਰਤ ਹੋ ਜਿਸ ਲਈ ਉਹ ਦੌਲਤ ਕਮਾਉਣ ਗਿਆ ਹੈ। ਉਹ ਇਸ ਦੇ ਲਾਇਕ ਵੀ ਨਹੀਂ ਹੈ। ਅੰਮ੍ਰਿਤ ਭਾਬੀ ਮੇਰੀ ਸੱਸ ਨੂੰ ਕੀ ਕਹਿ ਰਹੀ ਸੀ ਇਹ ਤਾਂ ਸਮਝ ਆ ਰਹੀ ਸੀ, ਪਰ ਉਹ ਹਰ ਵੇਲੇ ਰੋਂਦੀ ਰਹਿੰਦੀ ਸੀ। ਮੈਂ ਸੋਚਿਆ ਕਿ ਮੇਰੀ ਸੱਸ ਉਸ ਨੂੰ ਮਾਫ ਕਰ ਦੇਵੇਗੀ। ਅਸੀਂ ਸਾਰੇ ਡਰਾਇੰਗ ਰੂਮ ਵਿੱਚ ਆ ਗਏ। ਪਾਲ ਭਾਬੀ ਦਬਕਦੀ ਹੋਈ ਉੱਥੇ ਪਹੁੰਚ ਗਈ ਅਤੇ ਸੱਸ ਦੇ ਸਾਹਮਣੇ ਹੱਥ ਜੋੜ ਕੇ ਬੋਲੀ, ਮੰਮੀ ਮੇਰੇ ਪਤੀ ਨੂੰ ਕੁਝ ਨਾ ਦੱਸੋ। ਇਹ ਸੁਣ ਕੇ ਸੱਸ ਨੇ ਪਾਲ ਭਾਬੀ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਅਤੇ ਕਿਹਾ, ਜੇ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਤੂੰ ਆਪਣੀ ਸੱਸ ਨੂੰ ਝੂਠਾ ਬਣਾ ਰਹੀ ਹੈ। ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਅਤੇ ਤੁਸੀਂ ਸੋਚਦੇ ਹੋ ਕਿ ਮੈਂ ਇਹ ਸਭ ਕਦੇ ਨਹੀਂ ਭੁੱਲਾਂਗੀ। ਮੇਰੀ ਨਜ਼ਰੋਂ ਤੋਂ ਅਲੋਪ ਹੋ ਜਾ। ਮਾਂ
ਮੇਰਾ ਅੰਤਿਮ ਸੰਸਕਾਰ ਇਸ ਘਰ ਵਿੱਚ ਹੀ ਹੋਵੇਗਾ। ਮੇਰੇ ਪਿਤਾ ਜੀ ਨੇ ਵੀ ਮੈਨੂੰ ਇਹੀ ਗੱਲ ਸਿਖਾ ਕੇ ਇਸ ਘਰ ਵਿੱਚ ਭੇਜਿਆ ਸੀ, ਇਸ ਲਈ ਮੈਂ ਇੱਥੋਂ ਕਦੇ ਨਹੀਂ ਜਾਵਾਂਗੀ। ਜੋ ਵੀ ਹੋਇਆ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਮੈਂ ਉਸ ਮੁੰਡੇ ਨੂੰ ਨਹੀਂ ਜਾਣਦੀ। ਇਹ ਸੁਣ ਕੇ ਮੇਰੀ ਸੱਸ ਨੂੰ ਬਹੁਤ ਗੁੱਸਾ ਆਇਆ। ਬਕਵਾਸ ਬੰਦ ਕਰੋ ਅਤੇ ਇੱਥੋਂ ਚਲੇ ਜਾਓ, ਨਹੀਂ ਤਾਂ ਮੇਰੇ ਤੋਂ ਮਾੜਾ ਕੋਈ ਨਹੀਂ ਹੋਵੇਗਾ। ਮੇਰੀ ਸੱਸ ਦੀ ਗਰਜਦੀ ਆਵਾਜ਼ ਸੁਣ ਕੇ ਪਾਲ ਭਾਬੀ ਉੱਥੋਂ ਚਲੀ ਗਈ, ਪਰ ਮੇਰੇ ਮਨ ਵਿੱਚ ਬੇਚੈਨੀ ਹੋਣ ਲੱਗੀ। ਆਖਿਰ ਅੰਮ੍ਰਿਤ ਭਾਬੀ ਨੇ ਅਜਿਹਾ ਕਿਉਂ ਕੀਤਾ ਤੇ ਪਾਲ ਭਾਬੀ ਸੱਚ ਕਿਉਂ ਨਹੀਂ ਬੋਲ ਰਹੀ? ਫਿਲਹਾਲ ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਸਵੇਰੇ ਇੱਕ ਤੂਫਾਨ ਆਵੇਗਾ। ਸਵੇਰੇ ਦੇ 3-4 ਵੱਜ ਚੁੱਕੇ ਸਨ। ਅਸੀਂ ਨਮਾਜ਼ ਲਈ ਉੱਠੇ। ਅੱਜ ਪਾਲ ਭਾਬੀ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ। ਸੱਸ ਨੇ ਦਰਵਾਜ਼ਾ ਖੜਕਾਉਣ ਦੀ ਵੀ ਹਿੰਮਤ ਨਹੀਂ ਕੀਤੀ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਹੁਣ ਤਾਂ ਉਸ ਨੂੰ ਆਪਣੇ ਕਾਲੇ ਕਾਰਨਾਮਿਆਂ ਬਾਰੇ ਹੀ ਪਤਾ ਲੱਗ ਗਿਆ ਹੈ ਅਤੇ ਕੋਈ ਵੀ ਉਸ ਦੀ ਨਮਾਜ਼ ਅਦਾ ਕਰਨ ਤੇ ਵਿਸ਼ਵਾਸ ਨਹੀਂ ਕਰੇਗਾ। ਇਸ ਲਈ ਉਹ ਅੱਜ ਪ੍ਰਦਰਸ਼ਨ ਕਰਨ ਲਈ ਬਾਹਰ ਨਹੀਂ ਆਈ ਹੈ। ਨਹੀਂ ਤਾਂ ਕਿ ਤੁਸੀਂ ਜਾਣਦੇ ਹੋ ਕਿ ਪਾਲ ਸਵੇਰੇ ਉੱਠਦੇ ਹੀ ਪਵਿੱਤਰ ਕੁਰਾਨ ਕੋਲ ਬੈਠ ਕੇ ਲੰਮੀ ਨਮਾਜ਼ ਪੜ੍ਹਦੀ ਹੈ ਤਾਂ ਜੋ ਹਰ ਕੋਈ ਵਿਸ਼ਵਾਸ ਕਰ ਸਕੇ ਕਿ ਉਹ ਇੱਕ ਸਾਫ਼ ਸੁਥਰੀ ਔਰਤ ਹੈ। ਇਸ ਲਈ ਉਹ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੀ ਹੈ। ਮੈਂ ਸਮਝ ਗਈ ਕਿ ਮੇਰੀ ਸੱਸ ਕੀ ਕਹਿ ਰਹੀ ਸੀ, ਪਰ ਸਵੇਰੇ ਦੇ 10 ਵੱਜ ਚੁੱਕੇ ਸਨ। ਪਾਲ ਭਾਬੀ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਸੀ। ਮੈਨੂੰ ਚਿੰਤਾ ਹੋਣ ਲੱਗੀ ਸੀ। ਜਦੋਂ ਮੈਂ ਆਪਣੀ ਸੱਸ ਨੂੰ ਦੱਸਿਆ ਤਾਂ ਉਹਨਾਂ ਨੇ ਮੈਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਕਿਹਾ ਕਿ ਉਹ ਸ਼ਾਇਦ ਕੋਈ ਡਰਾਮਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਜਾ ਕੇ ਉਸ ਨੂੰ ਮਨਾ ਲਿਆ ਅਤੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਕਿ ਉਸ ਨੂੰ ਆਪਣੀ ਨਾਰਾਜ਼ਗੀ ਦੱਸ ਕੇ ਬਾਹਰ ਆਉਣਾ ਚਾਹੀਦਾ ਹੈ, ਚਾਹੇ ਉਹ ਕਿੰਨਾ ਵੀ ਡਰਾਮਾ ਕਰਨ ਦੀ ਕੋਸ਼ਿਸ਼ ਕਰੇ। ਕਿਸੇ ਤਰ੍ਹਾਂ ਮੈਂ ਆਪਣੀ ਸੱਸ ਨੂੰ ਪਾਲ ਭਾਬੀ ਲਈ ਮਨਾ ਲਿਆ। ਰਾਤ ਤੱਕ ਲੈ ਆਇਆ। ਰਾਤ ਤੱਕ ਹੋ ਗਈ, ਕਮਰੇ ਦਾ ਦਰਵਾਜ਼ਾ ਨਹੀਂ ਖੁੱਲ ਰਿਹਾ ਸੀ। ਅਸੀਂ ਦਰਵਾਜ਼ਾ ਖੜਕਾਇਆ ਪਰ ਉਹ ਖੁੱਲ ਨਹੀਂ ਰਿਹਾ ਸੀ। ਮੇਰੀ ਸੱਸ ਨੂੰ ਵੀ ਇਹੀ ਸ਼ੱਕ ਹੋਣ ਲੱਗਾ। ਆਖਿਰ ਇਲਾਕੇ ਦੇ ਲੋਕਾਂ ਨੂੰ ਬੁਲਾ ਕੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ। ਸਾਹਮਣੇ ਵਾਲਾ ਨਜ਼ਾਰਾ ਦੇਖਣ ਯੋਗ ਨਹੀਂ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਪਾਲ ਭਾਬੀ ਬਿਲਕੁਲ ਬੇਜਾਨ ਮੰਜੇ ਤੇ ਪਈ ਸੀ। ਉਸ ਦੀਆਂ ਨਜ਼ਰਾਂ ਆਸਮਾਨ ਵੱਲ ਸਨ। ਜਾਪਦਾ ਸੀ ਜਿਵੇਂ ਉਸਨੇ ਆਪਣੀ ਜਾਨ ਦੇ ਦਿੱਤੀ ਹੋਵੇ, ਪਰ ਉਹ ਆਪਣੀ ਜਾਨ ਕਿਵੇਂ ਲੈ ਸਕਦੀ ਹੈ ਜਦੋਂ ਕਿ ਇਸ ਯੁੱਗ ਵਿੱਚ ਕੋਈ ਮਰਨਾ ਨਹੀਂ ਚਾਹੁੰਦਾ। ਮੈਂ ਜਾ ਕੇ ਪਾਲ ਭਾਬੀ ਨੂੰ ਹਿਲਾ ਕੇ ਦੇਖਿਆ ਕਿ ਉਹ ਸੱਚਮੁੱਚ ਮਰ ਚੁੱਕੀ ਸੀ। ਉਸ ਦੀ ਮੌਤ ਦੀ ਜਾਂਚ ਕੀਤੀ ਗਈ। ਪਾਲ ਭਾਬੀ ਆਪਣਾ ਜੁਰਮ ਕਬੂਲ ਕਰਨ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ ਸੀ। ਮੈਂ ਆਪਣੇ ਦਿਲ ਵਿੱਚ ਸੋਚਿਆ ਕਿ ਉਸ ਕੋਲ ਅੱਲਾ ਤੋਂ ਆਪਣੇ ਗੁਨਾਹ ਦੀ ਮਾਫੀ ਮੰਗਣ ਦਾ ਮੌਕਾ ਵੀ ਨਹੀਂ ਮਿਲਿਆ। ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ। ਮੇਰੀ ਸੱਸ ਦੇ ਦਿਲ ਤੇ ਇਸ ਘਟਨਾ ਦਾ ਕੋਈ ਅਸਰ ਨਹੀਂ ਹੋਇਆ। ਜਦੋਂ ਉਸ ਨੇ ਆਪਣੀ ਨੂੰਹ ਨੂੰ ਮਰਿਆ ਦੇਖਿਆ ਤਾਂ ਉਸ ਦੇ ਮੂੰਹੋਂ ਇੱਕ ਹੀ ਸ਼ਬਦ ਨਿਕਲਿਆ, ਮੈਂ ਅੱਜ ਤੋਂ 1 ਸਾਲ ਪਹਿਲਾਂ ਹੀ ਕਹਿ ਰਹੀ ਹਾਂ ਕਿ ਮੇਰੇ ਤੋਂ ਗਲਤੀ ਹੋ ਗਈ ਸੀ। ਹੁਣ ਮੈਂ ਆਪਣੇ ਕੰਮਾਂ ਤੋਂ ਸ਼ਰਮਿੰਦਾ ਹਾਂ। ਮੈਂ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਆਈ ਸੀ। ਜੇ ਇਹ ਅੱਲਾ ਨੂੰ ਪਿਆਰੀ ਹੋ ਗਈ ਹੈ ਤਾਂ ਇਸ ਵਿੱਚ ਸਾਡਾ ਕੀ ਕਸੂਰ ਹੈ? ਮੈਂ ਆਪਣੀ ਸੱਸ ਦੀਆਂ ਹਰਕਤਾਂ ਤੋਂ ਹੈਰਾਨ ਸੀ। ਉਹ ਆਪਣੀ ਨੂੰਹ ਬਾਰੇ ਅਜਿਹਾ ਕਿਵੇਂ ਬੋਲ ਸਕਦੀ ਹੈ? ਮੇਰੀ ਸੱਸ ਨੇ ਕਿਹਾ, ਇਹ ਔਰਤ ਆਪਣੇ ਕਾਲੇ ਕਾਰਨਾਮਿਆਂ ਕਾਰਨ ਇਸ ਸਥਿਤੀ ਤੱਕ ਪਹੁੰਚੀ ਹੈ। ਜੇਕਰ ਉਹ ਇਸ ਤਰ੍ਹਾਂ ਨਾ ਹੁੰਦੀ ਤਾਂ ਅੱਲਾ ਨੇ ਉਸ ਦੀ ਕੁੱਖ ਜ਼ਰੂਰ ਭਰ ਦਿੱਤੀ ਹੁੰਦੀ। ਹੁਣ
ਤੱਕ ਉਸ ਦਾ ਬੱਚਾ ਹੋ ਚੁੱਕਾ ਹੁੰਦਾ। ਉਹ ਬਹੁਤ ਸਾਰੀਆਂ ਗੱਲਾਂ ਕਰ ਰਹੀ ਸੀ, ਜਿਸ ਕਾਰਨ ਮੈਨੂੰ ਹੁਣ ਪਾਲ ਭਾਬੀ ਤੇ ਬਹੁਤ ਤਰਸ ਆ ਰਿਹਾ ਸੀ। ਕੋਈ ਸੋਚ ਵੀ ਨਹੀਂ ਸਕਦਾ ਸੀ ਇਹ ਔਰਤ ਸਿਰਫ ਇੱਕ ਇਲਜ਼ਾਮ ਤੇ ਮਰ ਜਾਵੇਗੀ। ਉਸ ਨੂੰ ਆਪਣੇ ਆਪ ਨੂੰ ਸਮਝਾਉਣ ਦਾ ਮੌਕਾ ਵੀ ਨਹੀਂ ਮਿਲਿਆ। ਪਰ ਹੁਣ ਇਹ ਸਪਸ਼ਟ ਹੈ ਕਿ ਗੁਆਂਢ ਵਿੱਚ ਸਿਰਫ ਇੱਕ ਗੱਲ ਫੈਲ ਗਈ ਸੀ ਕਿ ਪਾਲ ਭਾਬੀ ਨੇ ਆਪਣੀਆਂ ਕਰਤੂਤਾਂ ਨੂੰ ਛੁਪਾਉਣ ਲਈ ਮੌਤ ਦੀ ਗੋਦ ਵਿੱਚ ਪਨਾਹ ਲਈ ਸੀ, ਜਦੋਂ ਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਪਾਲ ਭਾਬੀ ਦੀ ਮੌਤ ਕਿਵੇਂ ਹੋਈ ਹੈ। ਮੈਂ ਆਪਣੀ ਸੱਸ ਨੂੰ ਕਿਹਾ ਕਿ ਹੁਣ ਸਾਨੂੰ ਉਸ ਦੇ ਕਫਨ ਅਤੇ ਦਫਨਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਤੁਸੀਂ ਇਹ ਅਨਾਥ ਕੁੜੀ ਨੂੰ ਕਿੱਥੇ ਦਫਨਾਓਗੇ? ਉਸ ਦੇ ਪਰਿਵਾਰ ਮੈਂਬਰ ਵੀ ਨਹੀਂ ਸਨ ਅਤੇ ਨਾ ਹੀ ਮੇਰੀ ਸੱਸ ਨੇ ਆਪਣੇ ਪੁੱਤਰ ਨੂੰ ਸੂਚਿਤ ਕੀਤਾ ਹੈ। ਜੇ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਇਸ ਬੇਵਫਾ ਔਰਤ ਦੀ ਮੌਤ ਬਾਰੇ ਕਿਉਂ ਦੱਸਾਂਗੀ? ਮੈਂ ਆਪਣੇ ਪੁੱਤਰ ਦੀ ਜ਼ਿੰਦਗੀ ਖਰਾਬ ਕਿਉਂ ਕਰਾਂਗੀ? ਮੇਰੇ ਬੇਟੇ ਨੂੰ ਕੁਝ ਦਿਨ ਹੋਰ ਖੁਸ਼ਹਾਲ ਰਹਿਣ ਦਿਓ। ਫਿਰ ਮੈਂ ਕਹਾਂਗੀ ਕਿ ਪਾਲ ਕਿਸੇ ਨਾਲ ਭੱਜ ਗਈ ਸੀ। ਉਹ ਆਪਣੀ ਪਤਨੀ ਲਈ ਹਮਦਰਦੀ ਮਹਿਸੂਸ ਨਾ ਕਰੇ। ਮੇਰੀ ਸੱਸ ਦੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ, ਪਰ ਸਪਸ਼ਟ ਹੈ ਕਿ ਮੈਂ ਉਸ ਨੂੰ ਕੁਝ ਨਹੀਂ ਕਹਿ ਸਕਦੀ ਸੀ। ਮੈਂ ਸੱਸ ਨੂੰ ਕਿਹਾ ਕਿ ਹੁਣ ਸਾਨੂੰ ਉਸ ਦੇ ਕਫਨ ਦਾ ਪ੍ਰਬੰਧ ਕਰਨਾ ਪਵੇਗਾ। ਫਿਰ ਮੇਰੀ ਸੱਸ ਨੇ ਇੱਕ ਅਜੀਬ ਗੱਲ ਕਹੀ ਅਤੇ ਕਿਹਾ, ਵੇਖੋ, ਇਸ ਔਰਤ ਨਾਲ ਇਨਸਾਨ ਕਰਨ ਵਾਲਾ ਕੋਈ ਨਹੀਂ ਹੈ ਅਤੇ ਲੋਕਾਂ ਨੂੰ ਦਫਨ ਅਤੇ ਦਫਨਾਉਣ ਲਈ ਬੁਲਾਇਆ ਜਾਵੇਗਾ ਅਤੇ ਉਹ ਕਬਰ ਦਾ ਇੰਤਜ਼ਾਮ ਕਰਨਗੇ। ਜਾ ਕੇ ਕਬਰਸਤਾਨ ਨੂੰ ਕੁਝ ਪੈਸੇ ਦੇ ਦਿਓ ਤਾਂ ਜੋ ਉਸ ਬਾਰੇ ਖਬਰ ਫੈਲਾ ਸਕੇ। ਮੇਰੀ ਸੱਸ ਦਾ ਰਵੱਈਆ ਇਹੋ ਜਿਹਾ ਸੀ ਜਿਵੇਂ ਕੋਈ ਕੁੱਤਾ ਜਾਂ ਬਿੱਲੀ ਮਰ ਗਿਆ ਹੋਵੇ, ਜਿਸ ਲਈ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਮੈਨੂੰ ਅਸਲ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਦੋਂ ਮੇਰੀ ਸੱਸ ਗਰਮੀਆਂ ਦੇ ਮਹੀਨੇ ਦੌਰਾਨ ਸਟੋਵ ਤੇ ਗਰਮ ਪਾਣੀ ਪਾਉਂਦੀ ਸੀ। ਗਰਮ ਪਾਣੀ ਦੇਖ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਗਰਮ ਪਾਣੀ ਸਰਦੀਆਂ ਵਿੱਚ ਨਹਾਉਣ ਲਈ ਵਰਤਿਆ ਜਾਂਦਾ ਹੈ, ਜਦੋਂ ਕਿ ਇਹ ਗਰਮੀਆਂ ਦੇ ਮਹੀਨੇ ਸਨ ਅਤੇ ਇਹ ਬਹੁਤ ਗਰਮ ਸੀ। ਤਪਦੀ ਗਰਮੀ ਵਿੱਚ ਪਾਣੀ ਗਰਮ ਕਰਨ ਦੀ ਕੀ ਲੋੜ ਸੀ? ਮੈਨੂੰ ਸਮਝ ਨਹੀਂ ਆ ਰਿਹਾ ਸੀ। ਜਦੋਂ ਮੈਂ ਆਪਣੀ ਸੱਸ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਮੈਂ ਪਾਲ ਨੂੰ ਇਸ ਪਾਣੀ ਨਾਲ ਨਹਾਵਾਂਗੀ। ਮੰਮੀ, ਕੀ ਹੋਇਆ ਤੁਹਾਨੂੰ? ਠੰਡੇ ਪਾਣੀ ਨਾਲ ਕੁਰਲੀ। ਇਹ ਸੱਚ ਹੈ ਕਿ ਉਹ ਮਰ ਗਈ ਹੈ, ਪਰ ਮਰੇ ਹੋਏ ਵਿਅਕਤੀ ਨੂੰ ਵੀ ਦੁੱਖ ਝੱਲਣਾ ਪੈਂਦਾ ਹੈ, ਠੀਕ? ਜੇਕਰ ਉਹਨਾਂ ਤੇ ਪਾਣੀ ਪਾਇਆ ਜਾਵੇ ਤਾਂ ਉਹਨਾਂ ਦੀ ਆਤਮਾ ਨੂੰ ਠੇਸ ਪਹੁੰਚੇਗੀ। ਬੇਟਾ, ਮੈਂ ਗਰਮ ਪਾਣੀ ਪਾ ਰਹੀ ਹਾਂ ਤਾਂ ਜੋ ਮੈਂ ਇਸ ਨੂੰ ਰੱਬ ਦੀ ਨਾ ਲਾਵਾਂ ਅਤੇ ਮੈਂ ਪਾਣੀ ਪਾਵਾਂਗੀ ਤਾਂ ਗੰਦਗੀ ਸਾਫ਼ ਹੋ ਜਾਵੇਗੀ। ਬਿਲਕੁਲ ਨਹੀਂ, ਮੈਂ ਇਸ ਤੇ ਗਰਮ ਪਾਣੀ ਦੀ ਵਰਤੋਂ ਕਰਾਂਗੀ। ਜਦੋਂ ਪਾਣੀ ਸਰੀਰ ਤੇ ਡਿੱਗਦਾ ਹੈ ਤਾਂ ਸਾਰੀ ਮੈਲ ਧੁਲ ਜਾਂਦੀ ਹੈ। ਸਰੀਰ ਤੇ ਉਬਲਦਾ ਪਾਣੀ ਪੱਥਰ ਦੀ ਵੀ ਮੈਲ ਸਾਫ਼ ਕਰ ਸਕਦਾ ਹੈ। ਪਰ ਸੱਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ। ਮੈਂ ਉਸ ਨੂੰ ਕਿਹਾ ਕਿ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਮਰਨ ਵਾਲੀ ਔਰਤ ਤੇ ਉਬਲਦਾ ਪਾਣੀ ਪਾ ਕੇ ਅਸੀਂ ਉਸ ਦੀ ਰੂਹ ਨਾਲ ਬੇਵਫਾਈ ਕਰ ਰਹੇ ਹਾਂ। ਉਸ ਨੇ ਕਿਹਾ, ਮੈਂ ਅਜਿਹਾ ਨਹੀਂ ਕਰਾਂਗੀ। ਜੇਕਰ ਤੁਸੀਂ ਵਧੇਰੇ ਦਿਲਚਸਪੀ ਰੱਖਦੇ ਹੋ, ਇਸ ਲਈ ਤੁਸੀਂ ਮੈਨੂੰ ਰੋਕ ਸਕਦੇ ਹੋ। ਪਰ ਮੈਨੂੰ ਪਤਾ ਸੀ ਕਿ ਜੇ ਮੈਂ ਅਜਿਹਾ ਕੀਤਾ ਤਾਂ ਮੇਰੀ ਸੱਸ ਮੇਰੇ ਤੇ ਗੁੱਸਾ ਹੋ ਜਾਵੇਗੀ, ਕਿਉਂਕਿ ਹੁਣ ਤੁਸੀਂ ਵੀ ਮੇਰੀ ਨੂੰਹ ਦੇ ਪਰਛਾਵੇਂ ਦਾ ਸ਼ਿਕਾਰ ਹੋ ਗਏ ਹੋ। ਮੇਰੀ ਸੱਸ ਬਹੁਤ ਤੇਜ਼ ਤਰਾਰ ਸੀ, ਇਸੇ ਲਈ ਮੈਂ ਉਸ ਦੇ ਸਾਹਮਣੇ ਆਪਣਾ ਮੂੰਹ ਨਹੀਂ ਖੋਲ੍ਹਣਾ ਚਾਹੁੰਦੀ ਸੀ। ਪਰ ਸੱਚ ਕਹਾਂ ਤਾਂ ਮੈਨੂੰ ਪਾਲ ਭਾਬੀ ਲਈ ਬਹੁਤ ਤਰਸ ਆ ਰਿਹਾ ਸੀ। ਫਿਰ ਮੈਂ ਮਨ ਵਿੱਚ ਸੋਚਿਆ ਕਿ ਉਬਲਦਾ ਪਾਣੀ ਪਾਵਾਂ ਜਾਂ ਠੰਡਾ ਪਾਣੀ, ਪਰ ਫਿਰ ਵੀ ਮੈਨੂੰ ਨਹੀਂ ਪਤਾ ਕਿ ਇਸ ਨਾਲ ਕੀ ਹੋ ਰਿਹਾ ਹੈ। ਮੈਂ ਪਾਣੀ ਵੱਲ ਦੇਖਿਆ ਤਾਂ ਉਹ ਪਾਣੀ ਉਬਲ ਰਿਹਾ ਸੀ। ਮੈਂ ਆਪਣੀ ਸੱਸ ਨੂੰ ਕਿਹਾ, ਪਾਣੀ ਕੱਢ ਦੇਣਾ ਚਾਹੀਦਾ ਹੈ, ਪਾਣੀ ਕਾਫੀ ਗਰਮ ਹੋ ਰਿਹਾ ਹੈ।
ਠੀਕ ਨਹੀਂ ਪੁੱਤ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਗੰਦਗੀ ਤੇ ਕੀ ਪਾਉਂਦੇ ਹੋ। ਤੁਸੀਂ ਜਾਣਦੇ ਹੋ ਕਿ ਉਹ ਇੱਕ ਚੰਗੀ ਔਰਤ ਹੈ। ਜੇ ਉਸ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਇਸ ਸੰਸਾਰ ਵਿੱਚ ਹੀ ਮਿਲਦੀ ਹੈ ਤਾਂ ਇਹ ਪਰਲੋਕ ਵਿੱਚ ਘਟ ਜਾਵੇਗੀ। ਮੈਂ ਆਪਣੀ ਸੱਸ ਤੇ ਹੈਰਾਨ ਸੀ, ਪਰ ਉਹ ਮਰੀ ਹੋਈ ਔਰਤ ਬਾਰੇ ਕਿਹੋ ਜਿਹੀਆਂ ਗੱਲਾਂ ਕਰ ਰਹੀ ਸੀ। ਉਸ ਨੇ ਮੈਨੂੰ ਇੱਕ ਬਾਲਟੀ ਵਿੱਚ ਉਬਲਦਾ ਪਾਣੀ ਲਿਆਉਣ ਲਈ ਕਿਹਾ। ਇਸ ਪਾਣੀ ਨੂੰ ਦੇਖ ਕੇ ਮੇਰਾ ਦਿਲ ਕੰਬਣ ਲੱਗ ਪਿਆ। ਪਾਣੀ ਇੰਨਾ ਗਰਮ ਸੀ ਕਿ ਜੇ ਤੁਸੀਂ ਇਸ ਨੂੰ ਸੁੱਟ ਦਿਓ ਤਾਂ ਵੀ ਇਹ ਤੁਹਾਡੇ ਹੱਥ ਸਾੜ ਦੇਵੇਗਾ। ਮੈਂ ਬੜੇ ਧਿਆਨ ਨਾਲ ਬਾਲਟੀ ਵਿੱਚੋਂ ਪਾਣੀ ਡੋਲਿਆ। ਇਹ ਮੇਰੇ ਉੱਤੇ ਨਹੀਂ ਡਿੱਗ ਸਕਦਾ, ਪਰ ਫਿਰ ਵੀ ਮੈਂ ਇਸ ਨੂੰ ਲੈ ਕੇ ਬਹੁਤ ਉਦਾਸ ਮਹਿਸੂਸ ਕਰਦੀ ਹਾਂ। ਮੈਂ ਪਾਣੀ ਲਿਆ ਕੇ ਕਮਰੇ ਵਿੱਚ ਰੱਖਿਆ। ਮੇਰੀ ਸੱਸ ਨੇ ਕਿਹਾ, ਹੁਣ ਤੁਸੀਂ ਸਾਰੇ ਬਾਹਰ ਚਲੇ ਜਾਓ। ਮੈਂ ਆਪਣੀ ਨੂੰਹ ਦੇ ਕਫਨ ਨੂੰ ਦਫਨਾਉਣ ਅਤੇ ਨਹਾਉਣ ਦੀ ਜ਼ਿੰਮੇਵਾਰੀ ਖੁਦ ਲਵਾਂਗੀ। ਮੈਨੂੰ ਪਤਾ ਸੀ ਕਿ ਮੇਰੀ ਸੱਸ ਆਪਣੀ ਨੂੰਹ ਨੂੰ ਤਸੀਹੇ ਦੇਵੇਗੀ। ਜੇਕਰ ਤੁਸੀਂ ਕਿਸੇ ਉੱਤੇ ਉਬਲਦਾ ਪਾਣੀ ਪਾ ਦਿਓ ਤਾਂ ਤੁਹਾਡੀ ਕੀ ਹਾਲਤ ਹੋਵੇਗੀ। ਪਰ ਮੈਂ ਮਨ ਵਿੱਚ ਸੋਚਿਆ ਕਿ ਮੈਂ ਆਪਣੀ ਭਰਜਾਈ ਨੂੰ ਨਹਾਵਾਂਗੀ। ਮੈਨੂੰ ਆਪਣੀ ਸੱਸ ਤੇ ਬਹੁਤ ਗੁੱਸਾ ਆ ਰਿਹਾ ਸੀ। ਮੈਂ ਮਨ ਹੀ ਮਨ ਸੋਚ ਰਹੀ ਸੀ, ਇਸ ਔਰਤ ਦਾ ਮੇਰੇ ਉੱਤੇ ਕੀ ਅਸਰ ਹੋਵੇਗਾ। ਮੇਰੇ ਵਿਆਹ ਨੂੰ 1 ਮਹੀਨਾ ਹੀ ਹੋਇਆ ਸੀ। ਮੈਂ ਉਸ ਦੇ ਸਾਹਮਣੇ ਆਪਣਾ ਮੂੰਹ ਬਹੁਤਾ ਨਹੀਂ ਖੋਲ੍ਹਣਾ ਚਾਹੁੰਦੀ ਸੀ। ਕੁਝ ਦੇਰ ਬਾਅਦ ਕਮਰੇ ਦੇ ਅੰਦਰੋਂ ਚੀਕਣ ਦੀ ਆਵਾਜ਼ ਆਉਣ ਲੱਗੀ। ਇਹ ਆਵਾਜ਼ ਮੇਰੀ ਸੱਸ ਦੀ ਸੀ। ਮੇਰੇ ਮਗਰੋਂ ਬਾਕੀ 3 ਜਣੇ ਵੀ ਕਮਰੇ ਦੇ ਬਾਹਰ ਇਕੱਠੇ ਹੋ ਗਏ ਸਨ। ਕੋਈ ਸਮਝ ਨਹੀਂ ਸਕਿਆ ਕਿ ਕੀ ਹੋਇਆ। ਮੇਰੀ ਸੱਸ ਦੀ ਆਵਾਜ਼ ਸੁਣ ਕੇ ਮੈਂ ਕਮਰੇ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ, ਪਰ ਮੇਰੀ ਸੱਸ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਨੇ ਕਿਹਾ, ਰੱਬ ਦਾ ਵਾਸਤਾ ਮੇਰੀ ਮਦਦ ਕਰੋ, ਦਰਵਾਜ਼ਾ ਖੋਲੋ, ਕਿਸੇ ਤਰ੍ਹਾਂ ਖੋਲੋ। ਕੁਝ ਦੇਰ ਬਾਅਦ ਸੱਸ ਦੀ ਆਵਾਜ਼ ਵੀ ਬੰਦ ਹੋ ਗਈ। ਇਸ ਤੋਂ ਬਾਅਦ ਸਨਾਟਾ ਛਾ ਗਿਆ। ਕੋਈ ਸਮਝ ਨਹੀਂ ਸਕਿਆ ਕਿ ਕੀ ਹੋਇਆ ਸੀ। ਮੇਰੀ ਸੱਸ ਦੇ ਚੀਕਣ ਦੀ ਆਵਾਜ਼ ਵੀ ਨਹੀਂ ਆ ਰਹੀ ਸੀ ਅਤੇ ਉੱਥੇ ਕੀ ਹੋਇਆ। ਅਸੀਂ ਦੂਜੇ ਪਾਸਿਓਂ ਜਾ ਕੇ ਖਿੜਕੀ ਵਿੱਚੋਂ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਸੱਸ ਨੇ ਕਮਰੇ ਦੀਆਂ ਖਿੜਕੀਆਂ ਵੀ ਪਿੱਛੋਂ ਬੰਦ ਕਰ ਦਿੱਤੀਆਂ ਸਨ। ਪਾਲ ਭਾਬੀ ਨੇ ਕਮਰੇ ਦਾ ਦਰਵਾਜ਼ਾ ਕਿਸੇ ਤਰ੍ਹਾਂ ਵੀ ਖੁੱਲ੍ਹਿਆ ਹੋਇਆ ਸੀ। ਇਲਾਕੇ ਦੇ ਲੋਕਾਂ ਨੂੰ ਇੱਕ ਵਾਰ ਫਿਰ ਬੁਲਾਇਆ ਗਿਆ। ਲੋਕਾਂ ਨੇ ਦਰਵਾਜ਼ਾ ਤੋੜਨਾ ਸ਼ੁਰੂ ਕਰ ਦਿੱਤਾ। ਆਪਣੀ ਮਾਂ ਨੂੰ ਕਿਸੇ ਨੂੰ ਨਹੀਂ ਦੇਖਣ ਦੇਵਾਂਗੀ, ਇਸ ਲਈ ਉਹ ਖੁਦ ਕਮਰੇ ਦੇ ਬਾਹਰ ਖੜੀ ਸੀ। ਉਹਨਾਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ। ਕੁਝ ਸਮੇਂ ਬਾਅਦ ਮੇਰੀਆਂ 3 ਭੈਣਾਂ ਕਮਰੇ ਵਿੱਚ ਬੰਦ ਹੋ ਗਈਆਂ। ਉਸ ਨੇ ਦਰਵਾਜ਼ੇ ਦੀ ਕਮਰੇ ਅੰਦਰ ਸਨਾਟਾ ਛਾਇਆ ਹੋਇਆ ਸੀ, ਪਰ ਮੇਰੀ ਛੋਟੀ ਭਾਬੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਕਿਸੇ ਨੂੰ ਪਤਾ ਨਹੀਂ ਕੀ ਹੋਇਆ। ਮੇਰੀ ਵੱਡੀ ਭਰਜਾਈ ਨੇ ਮੈਨੂੰ ਠੰਡਾ ਪਾਣੀ ਲਿਆਉਣ ਲਈ ਕਿਹਾ। ਮੈਂ ਕਮਰੇ ਅੰਦਰ ਠੰਡਾ ਪਾਣੀ ਲੈ ਗਈ। ਜੇ ਮੈਂ ਕੁਝ ਨਹੀਂ ਦੇਖਿਆ ਤਾਂ ਇਹ ਇਸ ਲਈ ਸੀ ਕਿਉਂਕਿ ਉਹਨਾਂ ਨੇ ਮੈਨੂੰ ਵਾਪਸ ਦਰਵਾਜ਼ੇ ਤੇ ਬਾਹਰ ਭੇਜ ਦਿੱਤਾ। ਸਾਡੇ ਘਰ ਦੇ ਬਾਹਰ ਐਂਬੂਲੈਂਸ ਖੜੀ ਸੀ। ਮੈਨੂੰ ਨਹੀਂ ਪਤਾ ਸੀ ਕਿ ਐਂਬੂਲੈਂਸ ਕਿਉਂ ਆਈ ਸੀ, ਪਰ ਉਸ ਤੋਂ ਬਾਅਦ ਸਾਡੇ ਘਰ ਇੱਕ ਅਜੀਬ ਜਿਹੀ ਚੁੱਪ ਛਾ ਗਈ। ਮੇਰੀ ਭਰਜਾਈ ਨੇ ਪਾਲ ਭਾਬੀ ਦਾ ਅੰਤਿਮ ਸੰਸਕਾਰ ਕੀਤਾ। ਸਾਰੇ ਜਣੇ ਅੰਤਿਮ ਸੰਸਕਾਰ ਕਰਨ ਲੱਗੇ। ਘਰ ਵਿੱਚ ਸਿਰਫ ਔਰਤਾਂ ਹੀ ਰਹਿ ਗਈਆਂ। ਉਹ ਔਰਤਾਂ ਹਰ ਤਰ੍ਹਾਂ ਦੀਆਂ ਗੱਲਾਂ ਕਰ ਰਹੀਆਂ ਸਨ। ਪਾਲ ਨੂੰ ਕੁਝ ਨਾ ਕਹਿਣ ਲਈ ਗਾਲਾਂ ਕੱਢੀਆਂ ਗਈਆਂ। ਉਹਨਾਂ ਨੇ ਪਾਲ ਵਰਗੀ ਔਰਤ ਤੇ ਝੂਠੇ ਦੋਸ਼ ਲਾਏ ਸਨ, ਜਦਕਿ ਦੂਜੇ ਪਾਸੇ ਨਣਦ ਨੂੰ ਰੋਂਦੇ ਅਤੇ ਚਿਲਾਉਂਦੇ ਦੇਖ ਕੇ ਇੰਜ ਜਾਪਦਾ ਸੀ ਜਿਵੇਂ ਉਹ ਆਪਣੀ ਭਰਜਾਈ ਦੀ ਦੋਸ਼ੀ ਹੋਵੇ। ਉਸ ਨੇ ਸਾਰੀਆਂ ਔਰਤਾਂ ਦੇ ਸਾਹਮਣੇ ਰੌਲਾ ਵੀ ਪਾਇਆ ਅਤੇ ਕਿਹਾ ਕਿ
ਉਸ ਨੇ ਆਪਣੀ ਭਰਜਾਈ ਨੂੰ ਮਾਰਿਆ ਹੈ। ਅਸੀਂ ਸਾਰਿਆਂ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕੀਤਾ ਕਿਉਂਕਿ ਇਹ ਛੋਟੀ ਸੀ। ਉਹ ਸਿਰਫ 21 ਸਾਲ ਦੀ ਸੀ। ਉਸ ਤੇ ਕਿਸੇ ਤਰ੍ਹਾਂ ਦਾ ਦੋਸ਼ ਲਗਾਉਣਾ ਠੀਕ ਨਹੀਂ ਸੀ। ਉਹ ਆਪਣੇ ਮੂੰਹ ਰਾਹੀਂ ਬੋਲ ਰਹੀ ਸੀ, ਪਰ ਅਸੀਂ ਸਾਰੇ ਜਾਣਦੇ ਸੀ ਕਿ ਉਹ 30-35 ਸਾਲ ਦੀ ਔਰਤ ਦਾ ਕਤਲ ਕਰਨ ਦੀ ਹਿੰਮਤ ਨਹੀਂ ਕਰ ਸਕਦੀ। ਅਜਿਹਾ ਕਿਸੇ ਨੇ ਨਹੀਂ ਸੋਚਿਆ ਸੀ। ਅਜਿਹਾ ਵੀ ਨਹੀਂ ਹੋਇਆ। ਉਸ ਨੇ ਕਿਹਾ ਕਿ ਇਹ ਸਭ ਮੇਰੇ ਕਾਰਨ ਹੋਇਆ ਹੈ। ਮਾਂ ਨੂੰ ਪਤਾ ਸੀ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ। ਨੂਰੀ ਦੀਆਂ ਗੱਲਾਂ ਸੁਣ ਕੇ ਮੁਹੱਲੇ ਦੇ ਲੋਕਾਂ ਨੇ ਅੱਖਾਂ ਅਤੇ ਕੰਨ ਢੱਕਣੇ ਸ਼ੁਰੂ ਕਰ ਦਿੱਤੇ। ਕਿਸੇ ਨੇ ਸੋਚਿਆ ਵੀ ਨਹੀਂ ਸੀ ਇਸ ਘਰ ਵਿੱਚ ਇਹ ਹਾਦਸਾ ਵਾਪਰ ਜਾਵੇਗਾ। ਹੁਣ ਪਾਲ ਭਾਬੀ ਦੇ ਦਫਨ ਦਾ ਵੇਲਾ ਸੀ। ਮੇਰੀ ਛੋਟੀ ਭਰਜਾਈ ਉੱਚੀ ਉੱਚੀ ਰੋ ਰਹੀ ਸੀ, ਜਦੋਂ ਕਿ ਇਸ ਤੋਂ ਪਹਿਲਾਂ ਉਹ ਬਹੁਤ ਆਰਾਮ ਨਾਲ ਬੈਠੀ ਸੀ। ਮੇਰੀ ਸੱਸ ਘਰ ਵਿੱਚ ਕਿਸੇ ਨੂੰ ਦਿਖਾਈ ਨਹੀਂ ਦਿੱਤੀ। ਉਹ ਹਸਪਤਾਲ ਵਿੱਚ ਸਨ। ਪਾਲ ਭਾਬੀ ਨੂੰ ਕਬਰਸਤਾਨ ਵਿੱਚ ਲਿਜਾਇਆ ਗਿਆ। ਪਾਲ ਭਾਬੀ ਨੂੰ ਦਫਨਾਇਆ ਤੇ ਬਾਅਦ ਘਰ ਦਾ ਮਾਹੌਲ ਬੜਾ ਅਜੀਬ ਹੋ ਗਿਆ। ਫਿਰ ਮੈਂ ਆਪਣੀ ਸੱਸ ਬਾਰੇ ਸੋਚਿਆ, ਉਹ ਕਿੱਥੇ ਗਈ ਹੈ। ਜਦੋਂ ਮੈਂ ਇਹੀ ਗੱਲ ਆਪਣੀ ਵੱਡੀ ਭਰਜਾਈ ਨੂੰ ਪੁੱਛੀ ਤਾਂ ਉਸ ਨੇ ਕਿਹਾ, ਅਸੀਂ ਮੰਮੀ ਨੂੰ ਮਾਸੀ ਦੇ ਘਰ ਛੱਡ ਆਏ ਹਾਂ। ਪਰ ਮਾਸੀ ਦੇ ਘਰ ਕਿਉਂ? ਆਪਣੇ ਘਰ ਕਿਉਂ ਨਹੀਂ? ਵੱਡੀ ਭਰਜਾਈ ਨੂੰ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਮਾਂ ਨੂੰ ਆਪਣੀ ਨੂੰਹ ਦੇ ਜਾਣ ਨਾਲ ਬਹੁਤ ਵੱਡਾ ਸਦਮਾ ਲੱਗਾ ਹੈ, ਇਸ ਲਈ ਉਹ ਕੁਝ ਦਿਨ ਆਪਣੀ ਭਰਜਾਈ ਦੇ ਘਰ ਹੀ ਰਹੇਗੀ। ਇਹ ਬਹੁਤ ਅਜੀਬ ਗੱਲ ਸੀ, ਪਰ ਮੈਂ ਉਹਨਾਂ ਲੋਕਾਂ ਨੂੰ ਸਵਾਲ ਨਹੀਂ ਕਰ ਸਕਦੀ ਸੀ। ਮੇਰੀਆਂ ਤਿੰਨੋਂ ਭੈਣਾਂ ਬਹੁਤ ਖਤਰਨਾਕ ਸਨ। ਉਹ ਛੋਟੀ ਸੀ, ਪਰ ਉਹ ਵੀ ਆਪਣੀ ਨੂੰਹ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਸੀ। ਖੈਰ, ਪਾਲ ਭਾਬੀ ਦੇ ਕਫਨ ਨੂੰ ਦਫਨਾਉਣ ਤੋਂ ਬਾਅਦ ਮੇਰੀ ਛੋਟੀ ਭੈਣ ਰੋਣ ਲੱਗ ਪਈ। ਉਸ ਦੇ ਰੋਣ ਕਾਰਨ ਘਰ ਦੇ ਸਾਰਿਆਂ ਨੂੰ ਪਰੇਸ਼ਾਨ ਕੀਤਾ ਗਿਆ। ਮੇਰੇ ਪਤੀ ਨੇ ਉਸ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਕਿਹਾ, ਮੈਨੂੰ ਨਹੀਂ ਪਤਾ ਮੇਰੀ ਮਾਂ ਦਾ ਕੀ ਬਣੇਗਾ। ਮੈਂ ਆਪਣੀ ਸੱਸ ਲਈ ਬਹੁਤ ਚਿੰਤਿਤ ਸੀ, ਪਰ ਮੈਂ ਆਪਣੇ ਪਤੀ ਨੂੰ ਨਹੀਂ ਪੁੱਛਿਆ। ਮੇਰਾ ਪਤੀ ਹੁਣ ਮੈਨੂੰ ਟਾਲਣ ਲੱਗਾ। ਮੈਂ ਅਕਸਰ ਦੇਖਦੀ ਰਹਿੰਦੀ ਸੀ। ਮੈਂ ਆਪਣੀ ਮਾਂ ਬਾਰੇ ਗੱਲ ਕਰਦਿਆਂ ਪਰੇਸ਼ਾਨ ਹੋ ਜਾਂਦੀ ਸੀ, ਪਰ ਉਹ ਕਿੰਨੀ ਦੇਰ ਤੱਕ ਆਪਣੀ ਮਾਂ ਨੂੰ ਸਭ ਤੋਂ ਲੁਕਾ ਕੇ ਰੱਖ ਸਕਦਾ ਸੀ। ਇੱਕ ਦਿਨ ਮੇਰੀ ਸੱਸ ਨੂੰ ਫਿਰ ਘਰ ਲਿਆਂਦਾ ਗਿਆ। ਉਸ ਦੀ ਹਾਲਤ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਉਸ ਦਾ ਚਿਹਰਾ ਬਹੁਤ ਡਰਾਵਨਾ ਅਤੇ ਵਿਗੜਿਆ ਹੋਇਆ ਸੀ। ਉਸ ਦੇ ਚਿਹਰੇ ਦਾ ਮਾਸ ਝੁਲਸ ਗਿਆ ਸੀ, ਜਿਸ ਨੂੰ ਦੇਖ ਕੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰੀ ਸੱਸ ਅਜਿਹੀ ਹੋ ਗਈ ਹੈ। ਉਸ ਦਾ ਚਿਹਰਾ ਸੁੰਦਰ ਅਤੇ ਤਾਜ਼ਾ ਸੀ, ਪਰ ਉਸ ਦੇ ਚਿਹਰੇ ਤੇ ਲਟਕਦੇ ਮਾਸ ਨੂੰ ਦੇਖ ਕੇ ਮੈਂ ਸਮਝ ਨਹੀਂ ਸਕੀ ਕਿ ਕੀ ਹੋ ਗਿਆ ਸੀ। ਫਿਰ ਪਤਾ ਲੱਗਾ ਕਿ ਗਰਮ ਉਬਲਦਾ ਪਾਣੀ ਗਲਤੀ ਨਾਲ ਉਸ ਦੇ ਚਿਹਰੇ ਤੇ ਪੈ ਗਿਆ। ਚਿਹਰੇ ਤੇ ਨਹੀਂ, ਸਗੋਂ ਸਰੀਰ ਤੇ ਵੀ ਜ਼ਖਮਾਂ ਦੇ ਕਈ ਨਿਸ਼ਾਨ ਸਨ। ਉਹ ਇੰਨੀ ਜ਼ਖਮੀ ਸੀ ਕਿ ਉਹ ਦੁਬਾਰਾ ਠੀਕ ਨਹੀਂ ਹੋ ਸਕੀ। ਮੇਰੀ ਸੱਸ ਦੀ ਜੀਭ ਵੀ ਅਜੀਬ ਤਰੀਕੇ ਨਾਲ ਟੇਢੀ ਹੋ ਗਈ ਸੀ, ਕਿਉਂਕਿ ਉਸ ਦੇ ਬੁੱਲ ਦਾ ਇੱਕ ਪਾਸਾ ਵੀ ਸੜ ਗਿਆ ਸੀ। ਇਸ ਦਾ ਕੋਈ ਹਾਲ ਨਹੀਂ ਸੀ। ਹਾਲਾਂਕਿ ਗਰਮ ਪਾਣੀ ਦੇ ਜਲਣ ਠੀਕ ਹੋ ਜਾਂਦੇ ਹਨ, ਪਰ ਮੇਰੀ ਸੱਸ ਦੇ ਜਲਣ ਠੀਕ ਨਹੀਂ ਹੋ ਰਹੇ ਸਨ। ਉਸ ਦੀ ਗੱਲ ਸੜ ਕੇ ਲਟਕ ਰਹੀ ਸੀ, ਜਦੋਂ ਕਿ ਹੁਣ ਉਹ ਪਛਤਾ ਰਹੀ ਸੀ। ਇੱਕ ਦਿਨ ਉਸ ਨੇ ਮੈਨੂੰ ਆਪਣੇ ਸਾਹਮਣੇ ਬਿਠਾਇਆ ਤੇ ਕਿਹਾ, ਵੇਖੋ, ਮੈਂ ਆਪਣੇ ਹੱਥ ਨਾਲ ਇੱਕ ਚੰਗੀ ਔਰਤ ਦੀ ਇੱਜ਼ਤ ਬਰਬਾਦ ਕੀਤੀ ਸੀ। ਮੈਂ ਆਪਣੀ ਨੂੰਹ ਨੂੰ ਸਾਰੇ ਲੋਕਾਂ ਦੇ ਸਾਹਮਣੇ ਬਦਨਾਮ ਕੀਤਾ। ਹੁਣ ਮੈਂ ਬੋਲਣ ਦੇ ਯੋਗ ਨਹੀਂ ਹਾਂ। ਆਪਣੀ ਸੱਸ ਦੀ ਇਹ ਹਾਲਤ ਦੇਖ ਕੇ ਮੈਨੂੰ ਉਸ ਤੇ ਤਰਸ ਆਇਆ, ਪਰ ਮੈਂ ਕੀ ਕਰ ਸਕਦੀ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਤੋਂ ਵੱਡੀ ਸੱਚਾਈ ਦੁਨੀਆ ਦੇ ਸਾਹਮਣੇ ਨਹੀਂ ਆਈ। ਮੇਰੀ ਭਰਜਾਈ ਮੈਨੂੰ ਬਾਰ-ਬਾਰ ਦੱਸਦੀ ਰਹੀ ਕਿ ਮੇਰੇ ਨਾਲ ਵੀ ਬਹੁਤ ਬੁਰਾ ਹੋਵੇਗਾ। ਭਾਬੀ, ਦੇਖੋ, ਇੱਕ ਦਿਨ ਮੇਰਾ ਵੀ ਇਹੀ ਹਾਲ ਹੋਵੇਗਾ। ਮੈਂ ਉਸ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਹਿ ਰਹੀ ਹੈ। ਤੂੰ ਆਪਣੇ ਆਪ ਨੂੰ ਬਾਰ-ਬਾਰ ਕਿਉਂ ਕੋਸਦੀ ਰਹਿੰਦੀ ਹੈ?
ਲੱਗਦਾ ਸੀ ਕਿ ਇਸ ਵਿੱਚ ਪਾਲ ਭਾਬੀ ਦਾ ਕਸੂਰ ਨਹੀਂ ਸੀ। ਜਿਸ ਲੜਕੇ ਦਾ ਨਾਮ ਅਮਨ ਸੀ, ਮੈਂ ਉਸ ਨੂੰ ਘਰ ਬੁਲਾਇਆ ਸੀ। ਉਸ ਸਮੇਂ ਮੇਰੀ ਮਾਂ ਵੀ ਮੇਰੇ ਨਾਲ ਸੀ। ਮੈਂ ਆਪਣੀ ਮਾਂ ਦੇ ਕੋਲ ਪਾਲ ਭਾਬੀ ਨੂੰ ਬਦਨਾਮ ਕੀਤਾ। ਪਤਾ ਨਹੀਂ ਅੱਲਾ ਮੈਨੂੰ ਕਿਵੇਂ ਮਾਫ ਕਰੇਗਾ। ਫਿਰ ਉਹ ਰੋਣ ਲੱਗੀ ਅਤੇ ਕਿਹਾ ਕਿ ਤੁਸੀਂ ਦੇਖਿਆ ਹੈ ਕਿ ਅੱਲਾ ਉਸ ਵਿਅਕਤੀ ਨੂੰ ਪਿਆਰ ਕਰਦਾ ਹੈ ਜਿਸ ਨੂੰ ਤੁਸੀਂ ਜਾਣਦੇ ਹੋ। ਮਰਨ ਤੋਂ ਬਾਅਦ ਵੀ ਉਸ ਦੀ ਸੰਭਾਲ ਕਰਦਾ ਹੈ। ਆਪਣੇ ਜੀਵਨ ਦੇ ਥੋੜੇ ਜਿਹੇ ਸਮੇਂ ਵਿੱਚ ਮੈਂ ਵੀ ਆਪਣੇ ਪ੍ਰਭੂ ਦੇ ਨੇੜੇ ਨਹੀਂ ਹੋ ਸਕੀ। ਉਸ ਨੂੰ ਰੋਂਦਾ ਦੇਖ ਕੇ ਮੈਂ ਸਮਝ ਗਈ ਸੀ ਕਿ ਉਹ ਸਾਰੀ ਉਮਰ ਕਿਸੇ ਬਿਮਾਰੀ ਦਾ ਸ਼ਿਕਾਰ ਨਹੀਂ ਹੋਵੇਗੀ, ਕਿਉਂਕਿ ਇੱਕ ਵਾਰੀ ਪਛਤਾਵਾ ਕਿਸੇ ਦੇ ਦਿਲ ਵਿੱਚ ਆ ਜਾਵੇ ਉਹ ਸਾਰੀ ਉਮਰ ਦੂਰ ਨਹੀਂ ਹੁੰਦਾ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸਾਡੇ ਆਉਣ ਵਾਲੇ ਕੱਲ ਦੀ ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ ਤੁਹਾਡੇ ਪਿਆਰ ਅਤੇ ਸਨੇਹ ਨੂੰ ਹਮੇਸ਼ਾ ਮੇਰੇ ਤੇ ਬਣਾਈ ਰੱਖੋ। ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭ ਕਾਮਨਾਵਾਂ ਦੋਸਤੋ।